ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਾਟੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। मेरे वालों भी आप जी सारे ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। 21 ਦਿਨ ਦੀ ਵੇਖ ਲਓ ਚੋਣਾਂ ਦੀ ਕਰਾਮਾਤ ਜਿਹੜੀ ਆ, ਕਈਆਂ ਨੂੰ ਮਾਂ ਬਾਸੀ ਹੁੰਦਾ, ਕਈਆਂ ਨੂੰ ਸਵਾਦੀ ਹੁੰਦਾ। ਵੀ ਇੱਥੇ ਦੇ ਵਿੱਚ ਸੈੱਟ ਬੈਠਾ ਫਰ ਲਓ ਤੇ ਜਿਹੜੇ ਯੋਧੇ ਅੰਦਰ ਬੈਠੇ ਹੋਏ ਨੇ ਫਰ ਲਓ, ਉਹਨਾਂ ਨੂੰ ਵੇਖ ਲਓ ਡੇਢ ਮਤਲਬ ਜਿਹੜੀ ਆ ਉੱਤੇ ਹੋ ਗਈ ਉਹਨਾਂ ਦੀ ਉਮਰ ਕੋ ਭੋਗ ਕੇ ਵੀ। ਹਾਂਜੀ, ਹੋਰ ਦਾਦਾ 15 ਸਾਲ ਉਹਨਾਂ ਨੂੰ ਤਾਂ ਫਰ ਲਓ ਅੱਡੀ ਚੋਟੀ ਦਾ। ਹੁਣ ਕੀ ਕਰੀਏ? ਚੋਣਾਂ ਦੀ ਕਰਾਮਾਤ। ਰਾਮ ਰਹੀਮ ਨੂੰ 21 ਦਿਨ ਦੀ ਪੈਰੋਲ। ਸ਼੍ਰੋਮਣੀ ਕਮੇਟੀ ਤੇ ਹਰਿਆਣਾ ਕਮੇਟੀ ਨੇ ਕੀਤੀ ਨਿੰਦਾ। ਭਾਜਪਾ ਮਾਮਲੇ ਵਿੱਚ ਜਿਹੜੀ ਆ ਮਾਲਵੇ ਦੇ ਵਿੱਚ ਇਹਦਾ ਫਾਇਦਾ ਚੁੱਕਣਾ ਚਾਹੁੰਦੀ ਹੈ। ਤੇ ਵੇਖ ਲਓ ਭਾਈ ਦਵਿੰਦਰਪਾਲ ਸਿੰਘ ਭੁੱਲਰ ਦੇ ਮੌਕੇ ਤੇ ਸਾਡੇ ਸਿੱਖ ਹੀ ਆਪਸ ਵਿੱਚ ਵੇਖਣ ਵਾਸਤੇ ਉਹ ਸਿੱਖ ਦਿਖਾਈ ਦਿੰਦੇ ਨੇ। ਤੇ ਜੇ ਕੋਈ ਸਿੱਖ ਸਵਾਲ ਪੁੱਛਦਾ ਪੱਤਰਕਾਰ, ਸਿੱਖ ਲੀਡਰ ਨੂੰ, ਤੇ ਉਹਦੇ ਜਿਹੜੇ ਗੜਵਈ ਨਹੀਂ ਹੁੰਦੇ, ਜਿੱਦਾਂ ਬਾਬਿਆਂ ਦੇ ਗੜਵਈ ਹੁੰਦੇ ਆ, ਉਹ ਗਲ ਪੈ ਜਾਂਦੇ ਆ। ਮੈਨੂੰ ਹਾਸਾ ਆਉਂਦਾ, ਸ਼ਰਮਸ਼ਾਰ ਹੋਣਾ ਉਦੋਂ ਮੈਂ ਵੇਖ ਕੇ। ਉਹ ਯਾਰ ਤੁਸੀਂ ਲੀਡਰ ਨੂੰ ਜਵਾਬ ਦੇ ਲੈਂਦੇ ਹੋ, ਉਹ ਜਿਹੜੇ ਚੇਲੇ ਚਾਰੜੇ ਹੁੰਦੇ ਉਹੀ ਟੁੱਟ ਕੇ ਪੈ ਰਹੇ ਹੁੰਦੇ ਪੱਤਰਕਾਰ ਨੂੰ। ਲਾਹਨਤ ਹੈ ਤੁਹਾਡੀ ਸੋਚ ਦੇ। ਹਾਂਜੀ ਚਲੋ, ਕੀ ਕਹਿਣਾ ਚਾਹੋਗੇ ਤੁਸੀਂ? ਜੀ ਰਾਮ ਰਹੀਮ ਦੀ ਗੱਲ ਕਰਦੇ ਆ ਜੀ। ਪਹਿਲੀ ਗੱਲ ਤਾਂ ਇਹ ਕਹੀਏ ਵੀ ਉਹਨੂੰ ਫੜਿਆ ਕਿਉਂ ਗਿਆ। ਫਾੜਨ ਦਾ ਕਾਰਨ ਇਹ ਨਹੀਂ ਜਿਹੜੀਆਂ ਗੱਲਾਂ ਦੱਸੀਆਂ ਜਾ ਰਹੀਆਂ, ਇਹੋ ਜਿਹੀਆਂ ਘਟਨਾਵਾਂ ਤੇ ਆਮ ਡੇਰਿਆਂ ਚ ਹੁੰਦੀਆਂ। ਜਿਹੜੇ ਵੀ ਸਾਧ ਤੋਂ RS ਨੂੰ ਕੋਈ ਖਤਰਾ ਹੁੰਦਾ ਉਹਨੂੰ ਫੜ ਕੇ ਅੰਦਰ ਸੁੱਟ ਦਿੱਤਾ ਜਾਵੇ, ਭਾਵੇਂ ਉਹ ਰਾਮਪਾਲ ਹੋਵੇ, ਭਾਵੇਂ ਬਾਪੂ ਆਸਾਰਾਮ ਹੋਵੇ, ਤੇ ਭਾਵੇਂ ਇਹ ਸੁੱਧਾ ਸਾਧ ਹੋਵੇ, ਭਾਵੇਂ ਕੀ ਹੋਵੇ। 1 ਦਰਜਨ ਦੇ ਕਰੀਬ ਇਹੋ ਜਿਹੇ ਸਾਧ ਜਿਹੜੇ ਅੱਜ ਜੇਲ੍ਹਾਂ ਦੀਆਂ ਸਲਾਖਾਂ ਦੇ ਵਿੱਚ ਸੁੱਤੇ ਪਏ। ਬਾਪੂ ਆਸਾਰਾਮ ਨੇ ਕਿੰਨੀ ਵਾਰੀ ਕੋਸ਼ਿਸ਼ ਕੀਤੀ ਵੀ ਮੈਨੂੰ ਪੈਰੋਲ ਦੇ ਦਿਓ, ਤੇ ਇੱਥੇ ਸਾਡੇ ਮੁੱਖ ਮੰਤਰੀ ਸਾਹਿਬ ਤੇ ਜੇਲ੍ਹ ਮੰਤਰੀ ਸਾਹਿਬ ਪਨੀ ਕੀ ਦਿੰਦੇ ਆ ਕਿ ਜਿਹਦੀ 3 ਸਾਲ ਸਜ਼ਾ ਪੂਰੀ ਹੋ ਜਾਂਦੀ ਹੈ, ਬਕਾਇਦਾ ਤੌਰ ਤੇ ਉਹਨੂੰ ਪੈਰੋਲ ਮਿਲ ਸਕਦੀ ਹੈ। ਭਾਈ ਫਿਰ ਉਹਨਾਂ ਨੂੰ ਦਵਾ ਦਿਓ ਜਿਹੜੇ ਜੇਲ੍ਹ 'ਚ ਬੈਠੇ ਆ। ਬਿਲਕੁਲ ਬਕਾਇਦਾ ਤੌਰ ਤੇ ਬਾਪੂ ਆਸਾਰਾਮ ਦੇ ਮੁੰਡੇ ਨਰੈਣਨ ਨੂੰ ਹਾਈ ਕੋਰਟ ਨੇ ਪੈਰੋਲ ਦਿੱਤੀ ਤੇ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ ਵੀ ਇਹੋ ਜਿਹੇ ਬੰਦੇ ਨੂੰ ਪੈਰੋਲ ਨਹੀਂ ਦਿੱਤੀ, ਇਹਦਾ ਕੋਈ ਹੱਕ ਨਹੀਂ ਹੈਗਾ ਇਹਨੂੰ ਪੈਰੋਲ ਦਿੱਤੀ ਜਾਵੇ। ਹੁਣ ਇੱਥੇ ਵੀ ਜਿਹੜੇ ਰਾਮਚੰਦਰ ਛਤਰਪਤੀ ਨੇ, ਉਹਨਾਂ ਦੇ ਬੇਟੇ ਜਿਹੜੇ ਆਂਚਲ ਛਤਰਪਤੀ, ਉਹ ਵੀ ਕਹਿੰਦੇ ਸੀ ਸੁਪਰੀਮ ਕੋਰਟ ਜਾਵਾਂਗੇ। ਜਿੰਨੇ ਚਿਰ ਤੁਸੀਂ ਸੁਪਰੀਮ ਕੋਰਟ ਜਾਣਾ ਉਨ ਚਿਰ ਨੂੰ ਉਹਦੀ ਪੈਰੋਲ ਖਤਮ ਹੋ ਜਾਣੀ, ਵਾਪਸ ਆ ਜਾਣੀ, ਅਗਲੀ ਤਿਆਰੀ ਹੋ ਜਾਣੀ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਵਾ ਵੀ ਇਹਨੂੰ ਪੈਰੋਲ ਦੇਣ ਦੇ ਕਾਰਨ ਕੀ ਸੀ। ਤੁਹਾਨੂੰ ਪਤਾ ਹੋਏਗਾ ਜਦੋਂ 25 ਅਗਸਤ 2017 ਨੂੰ ਸੌਦਾ ਸਾਹਿਬ ਨੂੰ ਬਕਾਇਦਾ ਤੌਰ ਤੇ ਸਜ਼ਾ ਸੁਣਾਈ ਗਈ ਹੈ। ਪੰਚਕੂਲਾ ਦੇ ਏਰੀਏ ਦੇ ਵਿੱਚ 43 ਬੰਦੇ ਮਾਰੇ ਗਏ ਸੀ, ਤੇ ਮੁੱਖ ਮੰਤਰੀ ਖੱਟਰ ਸਾਹਿਬ ਕਹਿੰਦੇ ਸੀ ਇਹ ਤੇ ਬਾਬੇ ਦੇ ਜਿਹੜੇ ਬੰਦੇ ਉਹ ਤੇ ਬੜੇ ਸ਼ਰੀਫ ਨੇ, ਬਾਬਾ ਵੀ ਸ਼ਰੀਫ ਹੈ, ਤੇ ਬਾਹਰੋਂ ਕੋਈ ਗਲਤ ਅਨਸਰ ਆ ਕੇ ਕਾਰਵਾਈ ਕਰਕੇ। ਤੇ 9 ਸਤੰਬਰ ਨੂੰ ਬਾਬੇ ਦੇ 3 ਸਾਥੀ ਫੜ ਵੀ ਲੈ ਜਾਂਦੇ ਉਹਦੇ ਵਿੱਚ। ਕਿਹੜੇ ਪਾਸੇ ਕਾਨੂੰਨ ਦੀ ਗੱਲ ਕਰਾਂਗੇ ਆਪਾਂ? ਇਹਨਾਂ ਪੋਲੀਟੀਕਲ ਬੰਦੇ ਦੋ ਮੂਹੇ ਸੱਪ ਨੇ, ਕਈ ਮੂਹੇ ਸੱਪ ਨੇ। ਰੀਸੈਂਟਲੀ ਹੁਣੇ ਸਜ਼ਾ ਹੋ ਗਈ ਹੈ ਰੀਸੈਂਟਲੀ, ਤੇ ਉਧਰੋਂ ਬਾਬੇ ਦੀ ਫਰਲੋ ਹੁੰਦੀ ਹੈ। ਦੋ ਕੇਸਾਂ ਸਜ਼ਾ ਹੋਈ ਹੈ ਤੇ ਇੱਕ ਕੇਸ ਸਜ਼ਾ ਦੀ ਤਿਆਰੀ ਹੈ, ਉਹ 'ਚ ਵੀ ਸਜ਼ਾ ਹੋਣੀ ਹੈ। ਤੇ ਤੁਸੀਂ ਕਹਿੰਦੇ ਜਿਹਦਾ ਹੱਕ ਬਣਦਾ, ਜੇ ਹੱਕ ਬਣਦਾ ਤੇ ਬਕਾਇਦਾ ਤੌਰ ਤੇ 6 ਸਾਲ ਸਜ਼ਾ ਪੂਰੀ ਹੋ ਗਈ, ਉਹਦੀ ਚੌਥਾ ਸਜ਼ਾ ਪੂਰੀ ਹੋ ਗਈ ਹੈ। ਬਕਾਇਦਾ ਤੌਰ ਤੇ ਜਗਦੀਸ਼ ਭੋਲੇ DSP ਦੀ ਪੈਰੋਲ ਵਾਸਤੇ ਤੇ ਉਹਦੀ ਅਪਲਾਈ ਕੀਤਾ, ਕਿਉਂ ਨਹੀਂ ਦੇ ਰਹੇ ਤੁਸੀਂ ਉਹਨੂੰ? ਕਿਉਂਕਿ ਉਹਦੇ ਕੋਲੇ ਵੋਟਾਂ ਨਹੀਂ। ਦਵਿੰਦਰਪਾਲ ਦੇ ਭੁੱਲਰ ਨੇ ਤੁਹਾਡਾ ਕੀ ਵਿਗਾੜਿਆ? 2019 ਚ ਜਿਹਨੂੰ ਛੱਡਣ ਬਾਰੇ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੋਟੀਫਿਕੇਸ਼ਨ ਕਰ ਚੁੱਕੀ ਆ, ਤੇ ਕੇਜਰੀਵਾਲ ਸਾਹਿਬ ਜਵਾਬ ਦੇਣ ਵੀ 9 ਦਸੰਬਰ 2021 ਨੂੰ ਜਿਹੜੀ ਪਟੀਸ਼ਨ ਮਨਿੰਦਰ ਸਿੰਘ ਮਿੱਟੇ ਨੇ ਪਾਈ ਸੀ ਉਹ ਖਾਰਜ ਹੋ ਚੁੱਕੀ ਹੈ। ਕੀ ਅੜਚਨ ਹੈ? ਫਿਰ ਸਿਰਫ ਉਹਦੇ ਕੋਲ ਵੋਟਾਂ ਨਹੀਂ, ਇਹਦੇ ਕੋਲੇ ਵੋਟਾਂ ਨੇ। ਬਕਾਇਦਾ ਤੌਰ ਤੇ ਕੱਲ ਇਹਨੂੰ 3 ਗੱਡੀਆਂ VIP ਗਈਆਂ ਅੰਦਰ, ਉਹਨਾਂ ਗੱਡੀਆਂ 'ਚ ਬਹਾ ਕੇ ਲਿਆਂਦਾ ਗਿਆ ਤੇ ਗੁਰੂਗ੍ਰਾਮ ਦੇ ਫਾਰਮ ਹਾਊਸ ਲਿਆਂਦਾ ਗਿਆ। 1 ਨਹੀਂ, 2 ਨਹੀਂ, 3 ਨਹੀਂ, 10 ਨਹੀਂ, 20 ਨਹੀਂ, 50 ਨਹੀਂ, 100 ਨਹੀਂ, 300 ਬੰਦਾ ਹਰਿਆਣਾ ਪੁਲਿਸ ਦਾ ਇਹਦੀ ਸਿਕਿਉਰਿਟੀ ਵਾਸਤੇ ਲਾਇਆ ਗਿਆ। ਕਿੰਨਾ ਖਰਚਾ ਆਊਗਾ?
ਨਹੀਂ, ਆਪਾਂ ਨੂੰ ਵੋਟਾਂ ਦੀ ਲੋੜ। ਪਰ ਉਹਨਾਂ ਕਿਹੜਾ ਪੱਲਿਓ ਦੇਣਾ ਆ, ਉਹਦਾ ਕਿਹੜਾ ਡੇਰੇ ਨੇ ਦੇਣਾ ਵਾ? ਸਰਕਾਰ ਦਾ ਖਾਤਾ, ਸਰਕਾਰ ਦੇ ਖਾਤੇ ਜਦੋਂ ਗਾਹਾਂ ਜਾਣੀਆਂ ਸਾਨੂੰ ਵੋਟਾਂ ਮਿਲਣੀਆਂ। ਖਾਤੇ 'ਚ ਪੈਸੇ ਤੁਹਾਡੇ ਥੜੇ ਜਾਂਦੇ ਨਾ ਜੀ, ਪਰ ਉਹੀ ਤੇ ਵੋਟਾਂ ਸਾਨੂੰ ਆਉਣੀਆਂ ਨਾ। ਉਹਨਾਂ ਮਤਲਬ ਤੇ ਗਲਤ ਆ ਵੀ ਉਹਨਾਂ ਦਾ ਥੋੜੀ ਕੋਈ ਬੋਝ ਆ, ਉਹਨਾਂ ਨੂੰ ਥੋੜੀ ਬੋਝ ਆ ਕੋਈ। ਹੁਣ ਜੇ ਮਨਜਿੰਦਰ ਬੇਟੇ ਦੀ ਗੱਲ ਕਰਦੇ ਆ ਤੁਸੀਂ, ਉਹਦਾ ਮਤਲਬ ਚਲੋ ਸਾਡਾ ਉਹਦੇ ਨਾਲ ਕੋਈ ਵੈਰ ਨਹੀਂ ਆ, ਅਸੀਂ ਤੇ ਇਤਿਹਾਸ ਦੇ ਨਾਲ ਜੁੜੀ ਹੋਈ ਉਹਦੀ ਜਿਹੜੀ ਜੁੜੀ ਹੋਈ ਉਹਦੀ ਘਟਨਾ ਜਿਹੜੀ ਆ ਕਿ ਉਹਦੀ ਫੋਟੋ ਲੱਗੀ, ਉਹ ਮਤਲਬ ਉੱਥੇ ਇੱਕ ਲਿਸਟ ਜਿਹੜਾ ਲੱਗਿਆ, ਮਤਲਬ ਸਾਈਕਲ ਚੋਰ ਕੁਛ ਕਹਿੰਦਾ ਉੱਥੇ ਲੱਗੀ 10 ਨੰਬਰੀਆਂ ਦੇ ਵਿੱਚ, ਹਨਾ। ਤੇ ਉਹਦਾ ਕੀ ਮਤਲਬ ਉਹਦਾ ਹੁਣ ਤੁਸੀਂ ਦੇਖੋ ਕਿ ਜੇ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਇੱਕ ਉਹਨਾਂ ਦਾ ਪਰਿਵਾਰ ਮਾਫ ਕਰ ਸਕਦਾ, ਹਾਂਜੀ, ਤੇ ਇਹ ਜਿਹੜਾ ਬੰਬ ਬਲਾਸਟ ਹੋਇਆ ਸੀ, ਕਈ ਕਹਾਣੀਆਂ ਨੇ ਇਹਦੇ ਪਿੱਛੇ, ਦਵਿੰਦਰਪਾਲ ਸਿੰਘ ਭੁੱਲਰ ਉਹਦੇ ਵਿੱਚ ਹੈ ਹੀ ਨਹੀਂ, ਇਹ ਫਿਰ ਵੀ ਇਹਦੇ ਕਿੜ ਕੱਢੀ ਜਾਂਦਾ ਕਿਉਂਕਿ ਇਹਨੂੰ ਆਪਣਾ ਉਹ ਦਿਖਾਈ ਦਿੰਦਾ ਨਾ ਕਿ ਮੇਰੀ ਕੁਰਸੀ ਨੂੰ ਖਤਰਾ, ਮੇਰੀ ਸਿਕਿਉਰਿਟੀ ਨੂੰ ਖਤਰਾ ਹੋ ਜਾਣਾ, ਜਿਹਦੀ ਆੜ ਹੇਠ ਸਭ ਕੁਝ ਹੁੰਦਾ। ਮਤਲਬ ਫਿਰ ਲੀਡਰ ਤੇ ਫਿਰ ਵੇਖੋ ਨਾ ਉਹੀ ਵੱਡੇ ਹੋ ਗਏ, ਉਹਨਾਂ ਨੇ ਤੇ ਫਿਰ ਵੀ ਮਾਫ ਕਰ ਦਿੱਤਾ। ਜਿਨ੍ਹਾਂ ਦੇ ਪਿਓ ਦੇ ਪਰਚਖੱਚੇ ਉੱਡ ਗਏ ਉਹ ਤੇ ਜਾ ਕੇ ਫਿਰ ਵੀ ਗੱਲਬਾਤ ਕਰ ਆਏ। ਹੁਣ ਇੱਥੇ ਜਿਹੜੀ ਰਾਜਨੀਤੀ ਆ, ਰਾਜਨੀਤੀ ਦੀ ਕੋਈ ਉੱਥੇ ਕੋਈ ਹੁਣੇ ਨਾ ਇੱਕ ਮੈਂ ਸਵਰਾਜ ਵੀਰ ਉਹਨਾਂ ਦਾ ਪੰਜਾਬੀ ਟ੍ਰਿਬਿਊਨ ਦੇ ਵਿੱਚੋਂ ਆਰਟੀਕਲ ਸਾਂਝਾ ਕਰਕੇ ਹਟਿਆ ਵਾਂ, ਮਤਲਬ ਲੋਕਾਂ ਦਾ ਮਤਲਬ ਉੱਥੋਂ ਦੇ ਜਿਹੜੇ ਸਿਆਸੀ ਭਾਸ਼ਾ, ਮਤਲਬ ਹਰ ਚੀਜ਼ ਦੇ ਉੱਤੇ ਸਿਆਸਤ ਆ, ਉੱਥੇ ਹਰ ਚੀਜ਼ ਦੇ ਉੱਤੇ ਸਿਆਸਤ ਆ ਯਾਰ। ਇੰਨੀ ਨਿਗਾਰ ਆ ਗਿਆ, ਇੰਨਾ ਨਿਗਰ ਗਿਆ ਸਾਡੇ ਕੋਲ, ਬਾ ਕੁਝ ਨਹੀਂ। ਇੱਕ ਜਿੱਦਾਂ ਨਹੀਂ ਕਾਰਪੋਰੇਟ ਮਤਲਬ ਦੁਕਾਨਦਾਰ ਦੁਕਾਨ ਖੋਲ੍ਹਦਾ ਕਿ ਮੈਂ ਕਿਵੇਂ ਕਮਾਈ ਕਰਨੀ ਹੈ ਐਸੈਟ। ਹੁਣ ਜਿਹੜਾ ਬੰਦਾ ਟਿਕਟ 2-2.5 ਕਰੋੜ ਦੇ ਕੇ ਲੈ ਰਿਹਾ ਤੇ ਉਹ ਕਿੰਨੇ ਕਰੋੜ ਬਣਾਊਗਾ? ਦੁਕਾਨ ਖੋਲ੍ਹਦਾ ਬੰਦਾ ਪੈਸੇ ਲਾ ਕੇ ਖੋਲ੍ਹਦਾ ਤਾਂ ਕਮਾਈ ਨਹੀਂ ਖੋਲ੍ਹਦਾ ਨਾ, ਇਹ ਵੀ ਦੁਕਾਨਦਾਰੀ ਹੋ ਗਈ। ਜੇ ਕੋਈ ਪੁਲਿਸ ਅਫਸਰ ਪੈਸੇ ਦੇ ਕੇ ਲੱਗਦਾ ਤੇ ਉਹਨੇ ਉਹ 2.5-3 ਜਿਹੜਾ ਲੱਖ 2-4 ਲੱਖ 10 ਦਿੱਤਾ ਉਹਦਾ ਇਕੱਠਾ ਕਰਨਾ ਨਹੀਂ ਕਰਨਾ, ਪਹਿਲਾਂ ਕਿੱਦਾਂ ਕਰਨਾ? ਉਹ ਵੀ ਜਨਤਾ ਦੀ ਬਿਲਕੁਲ ਕਰਨਾ ਜੀ, ਬਿਲਕੁਲ ਕਰਨਾ, ਕੋਈ ਦੋ ਰਾਵਾਂ ਨਹੀਂ ਜੀ। ਤੇ ਜਿਹੜੇ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਵਾਸਤੇ ਤੇ ਇਹਨੂੰ ਫੇਰ ਕਹਿੰਦੇ ਜੀ ਤੁਸੀਂ ਬੋਲਦੇ ਹੋ। ਅਸੀਂ ਬੋਲ ਜਾਂਦੇ ਆ ਯਾਰ, ਸਾਡੀ ਕੌਮ ਕਦਰ ਕਰਨ ਵਾਲੀ ਨਹੀਂ ਹੈਗੀ। ਮੈਂ ਇੱਕ ਪੜ੍ਹ ਰਿਹਾ ਸੀ ਹਾਈਜੈਕਰ ਦੀ ਸਟੋਰੀ ਅੱਜ ਪਾਈ ਕਿਸੇ ਵੀਰ ਨੇ, ਉਹ ਜਿਹੜਾ 1981 ਸੰਤਾਂ ਵਾਲਾ, ਉਹ ਇੱਕ ਟਰੰਕ ਦੇ ਵਿੱਚ ਕਿਤਾਬਾਂ ਰੱਖ ਕੇ ਤੇ ਵੇਚਦਾ ਫਿਰਦਾ, ਤੇ ਸਾਡੇ ਹੀਰਿਆਂ ਦਾ ਕਦਰ ਆ। ਆਹ ਵਾ ਕੌਮ ਨਾਲ ਕੁਝ ਕਰਨ ਵਾਲਿਆਂ ਲਈ। ਤੇ ਜਿਹੜਾ ਬੰਦੀ ਜਿਹੜੇ ਬੈਰਕਾਂ ਛੱਡ ਕੇ ਆਏ ਨੇ ਉਹਨਾਂ ਦੇ ਵਿੱਚੋਂ ਕਿੰਨਿਆਂ ਕੁ ਨੂੰ ਇਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਵਾਜਿਆ। ਉਹ ਦਿੱਲੀ ਤੋਂ ਵਿਧਵਾਵਾਂ ਆਈਆਂ, ਫਫੇ ਕੁੱਟਣੀਆਂ ਕਹਿ ਕੇ ਤੋੜ ਦਿੱਤਾ। ਮਤਲਬ ਫਿਰ ਵੀ ਸਾਡੇ ਕੋਲ ਰਹਿ ਰਹਿੰਦਾ, ਇੰਨਾ ਕੁਝ ਹੋਣ ਦੇ ਬਾਵਜੂਦ ਫਿਰ ਵੀ ਬੋਲ ਜਾਈਦਾ ਵੀ ਚੱਲ ਕੋਈ ਨਹੀਂ, ਜੇ ਸੱਚੀ ਗੱਲ ਆ ਤਾਂ ਕਹਿ ਦਿਓ। ਰਾਮ ਰਹੀਮ 21 ਦਿਨ ਦੀ ਪੈਰੋਲ ਤੇ ਆ ਸ਼੍ਰੋਮਣੀ ਕਮੇਟੀ। ਹੁਣ ਇਹ ਜਿਹੜੇ ਬਿਆਨ ਦੇ ਰਹੇ ਨੇ, ਇਹਨਾਂ ਦੇ ਤੁਹਾਨੂੰ ਲੱਗਦਾ ਕਿ ਬਿਆਨਾਂ 'ਚ ਕੋਈ ਦਮ ਹੈਗਾ? ਨਹੀਂ, ਇਹ ਤੇ ਇੱਕ ਫਾਰਮੈਲਿਟੀ ਹੈ ਜੀ, ਇਹ ਸਿਰਫ ਇੱਕ ਫਾਰਮੈਲਿਟੀ ਆ। ਜਾਂ ਤੇ ਤੁਸੀਂ ਆਪ ਜਾਓ ਸੁਪਰੀਮ ਕੋਰਟ 'ਚ, ਅਸੀਂ ਇਹਦੀ ਜਿਹੜੀ ਪੈਰੋਲ ਰੱਦ ਕੋਲ ਸੁਪਰੀਮ ਕੋਰਟ ਜਾ ਰਹੇ, ਅੱਜ ਹੀ ਜਾ ਰਹੇ, ਸਿਰਫ ਨਿੰਦਾ ਕਰਨਾ, ਇਹਨੂੰ ਗਲਤ ਕਹਿਣਾ ਕੰਮ ਮੁੱਕ ਨਹੀਂ ਜਾਂਦਾ। ਅੱਜ ਤੱਕ ਸ਼੍ਰੋਮਣੀ ਕਮੇਟੀ ਇਹ ਦੱਸਦੇ ਵੀ ਕਿਹੜੇ ਕੇਸ ਦੇ ਵਿੱਚ ਇਹਨਾਂ ਨੇ ਪੂਰੀ ਪਾਈ ਹੈ। ਬਕਾਇਦਾ ਤੌਰ ਤੇ 1984 ਸਾਕਾ ਨੀਲਾ ਤਾਰਾ ਦਾ ਸੁਪਰੀਮ ਕੋਰਟ ਦੇ ਵਿੱਚ 1000 ਕਰੋੜ ਦਾ ਕੇਸ ਚੱਲਦਾ ਤੇ ਉਹਦੇ ਤੇ 10 ਕਰੋੜ ਦੀ ਜਿਹੜੀ ਸੀ ਬਕਾਇਦਾ ਤੌਰ ਤੇ ਸਟਾਮ ਲਾ ਕੇ ਕੇਸ ਕੀਤਾ। ਹਾਂ, ਕਿੱਥੇ ਗਿਆ ਉਹ ਪੈਸਾ? ਕਿੱਥੇ ਖੜਾ ਕੇਸ ਅੱਜ? ਕੀ ਸਟੇਟਸ ਉਹਦਾ? ਤੁਸੀਂ ਕਹਿੰਦੇ ਹੋ ਵੀ ਭਾਈ ਸਾਡੇ ਕੋਲ ਸਾਡਾ ਸਮਾਨ ਇੱਥੋਂ ਇਤਿਹਾਸਕ ਸਾਡੇ ਦਸਤਾਵੇਜ਼ ਚੁੱਕ ਕੇ ਲੈ ਗਈ ਹੈ CBI ਤੇ ਸਾਨੂੰ ਵਾਪਸ ਕੀਤੇ ਜਾਣ। ਲੇਕਿਨ ਜਦੋਂ ਅਗਲਿਆਂ ਨੇ ਕਿਹਾ ਜੀ ਭਾਜੀ ਤੁਹਾਨੂੰ ਕਿਹੜੇ ਮਿਲ ਗਏ ਤੇ ਕਿਹੜੇ ਰਹਿ ਗਏ, ਸਾਨੂੰ ਲਿਸਟ ਦੇ ਦਿਓ, ਅਜੇ ਤੱਕ ਲਿਸਟ ਇਹਨਾਂ ਕੋਲ ਗਈ। ਅੱਜ ਨਹੀਂ ਮੁੱਦਾ ਹੈਗਾ, ਅੱਜ ਕੋਈ ਮੁੱਦਾ ਨਹੀਂ। ਉਹ ਬਿਲਕੁਲ ਅਗਲਿਆਂ ਨੇ ਮੂੰਹ ਬੰਦ ਕਰਤਾ। ਤੁਹਾਨੂੰ ਪਤਾ ਮਿਰਸ਼ਾਰੀ ਪੱਧਰੇ ਨਹੀਂ ਹੈਗੇ, ਉਹਨੇ ਇੱਕੋ ਹੀ ਪੱਤਰ ਲਿਖਿਆ ਇਹਨਾਂ ਨੂੰ, ਮੁੜ ਕੇ ਸੌ ਗਏ ਸੁਸਰੀ ਵਾਂਗੂ। ਤੁਹਾਨੂੰ ਪਤਾ ਹੋਵੇ ਚਾਵਲਾ ਸਾਹਿਬ ਜਿਹੜਾ ਜਸਟਿਸ ਹਰਬੰਸ ਸਿੰਘ ਸੀ, ਉਹਨੇ ਇੱਕ ਆਲ ਇੰਡੀਆ ਗੁਰਦੁਆਰਾ ਐਕਟ ਦਾ ਇੱਕ ਖਰੜਾ ਤਿਆਰ ਕੀਤਾ ਜੀ। ਖਰੜਾ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਦਿੱਤਾ ਤੇ ਕੇਂਦਰ ਸਰਕਾਰ ਨੇ SGPC ਨੂੰ ਕਿਹਾ ਵੀ ਤੁਹਾਨੂੰ ਖਰੜਾ ਭੇਜ ਰਹੇ ਆ ਤੇ ਇਹਦੇ 'ਚ ਕੋਈ ਤਬਦੀਲੀ ਕਰਨੀ ਆ ਆਪਣੀ ਕਰਕੇ ਤੇ ਸਾਨੂੰ ਭੇਜੋ ਤਾਂ ਕਿ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕੀਤਾ ਜਾਵੇ।
ਪਹਿਲਾਂ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਨੇ ਆਪ ਮੰਗ ਕੀਤੀ ਸੀ ਇਹ ਆਲ ਇੰਡੀਆ ਗੁਰਦੁਆਰਾ ਐਕਟ ਬਣਾਇਆ ਜਾਵੇ, ਚੰਗੀ ਗੱਲ ਸੀਗਾ ਜੇ ਬਣ ਜਾਂਦਾ ਤੇ। ਲੇਕਿਨ ਜਦੋਂ ਕਿਸੇ ਸਿਆਣੇ ਬੰਦੇ ਨੇ ਕਹਿਤਾ ਵੀ ਤੁਹਾਡਾ ਜਿਹੜਾ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਮੁੜ ਕੇ ਰਹਿਣਾ ਨਹੀਂ ਜੇ, ਪੂਰੇ ਹਿੰਦੁਸਤਾਨ ਚ ਮੈਂਬਰ ਆ ਜਾਣੇ ਨੇ, ਫਿਰ ਆਪਣੇ ਹਿਸਾਬ ਨਾਲ ਕੰਮ ਕਰਨਗੇ। ਇਹਨਾਂ ਦੇ ਮੁੜ ਕੇ 1999 ਜਦੋਂ ਵਾਜਪਾਈ ਸਾਹਿਬ ਸਰਕਾਰ ਸੀ, ਜੋ ਅੱਜ ਤੱਕ ਜਵਾਬ ਨਹੀਂ ਦਿੱਤਾ ਉਸ ਖਰੜੇ ਦਾ। ਉਹ ਖਰੜਾ ਕਿੱਥੇ ਪਿਆ? ਮਤਲਬ ਗੱਲ ਫਿਰ ਪਿਆ ਵੀ ਤੁਸੀਂ ਕਬਜ਼ਾ ਕਰਕੇ ਰੱਖਣਾ, ਭਾਵੇਂ ਉਹ ਸਰਕਾਰ ਹੋਵੇ ਤੇ ਭਾਵੇਂ ਸ਼੍ਰੋਮਣੀ ਕਮੇਟੀ ਹੋ ਜਾਂ ਕੋਈ ਹੋਰ ਸੰਸਥਾ ਹੋਵੇ, ਸਾਨੂੰ ਕਬਜ਼ੇ ਦੀ ਲੋੜ ਆ। ਚਲੋ ਕਬਜ਼ੇ ਕੁਬਜੇ ਵੀ ਹਟ ਸਕਦੇ ਆ। ਮੈਂ ਤਾਂ ਸਿਰਫ ਇਸ ਚੀਜ਼ ਦੇ ਵਿੱਚ ਨਾ ਵਿਸ਼ਵਾਸ ਰੱਖਦਾ। ਬੜਾ ਚਿਰ ਪਹਿਲਾਂ ਮੈਨੂੰ ਪੁੱਛਿਆ ਗਿਆ ਸੀ ਵੀ ਗੁਰਦੁਆਰਿਆਂ ਦੀ ਸਿਆਸਤ ਦੇ ਉੱਤੇ ਵੀ ਗੁਰਦੁਆਰੇ ਦੀ ਗੋਲਕ 'ਚ ਪੈਸੇ ਪਾਉਣੇ ਚਾਹੀਦੇ ਕਿ ਨਹੀਂ। ਕੁਝ ਲੋਕ ਵਿਰੋਧ ਦੇ ਵਿੱਚ ਸੀ ਵੀ ਨਹੀਂ ਪਾਉਣੇ ਚਾਹੀਦੇ, ਪੈਨੀ ਵੀ ਨਹੀਂ ਪਾਉਣੀ ਚਾਹੀਦੀ। ਮੈਂ ਕਿਹਾ ਨਾ, ਮੈਂ ਇਸ ਚੀਜ਼ ਦੇ ਹੱਕ 'ਚ ਨਹੀਂ ਆ। ਸਾਨੂੰ ਦੇਸ਼ਾਂ ਵਿਦੇਸ਼ਾਂ ਸਾਡੇ ਗੁਰਦੁਆਰਾ ਧਾਰਮਿਕ ਸਥਾਨ ਜਿਹੜੇ ਨੇ ਉਹ ਸਾਡੀਆਂ ਇੱਕ ਮਤਲਬ ਕਿੰਝ ਕਹਿ ਲਓ ਕਿ ਲਾਇਬ੍ਰੇਰੀਆਂ ਨੇ, ਹਾਂਜੀ, ਜਿੱਥੋਂ ਅਸੀਂ ਸਿੱਖਣ ਜਾਂਦੇ ਹਾਂ, ਪੜ੍ਹਨ ਜਾਂਦੇ ਹਾਂ। ਸਾਡੇ ਧਾਰਮਿਕ ਸਥਾਨ ਨੇ ਗੁਰਦੁਆਰਾ ਸਾਹਿਬ, ਜਿੱਥੋਂ ਸਾਨੂੰ ਐਜੂਕੇਸ਼ਨ ਮਿਲਦੀ ਆ ਆਪਣੇ ਧਰਮ ਬਾਰੇ। ਮੰਦਰ ਵਾਲੇ ਨੇ ਤਾਂ ਕਦੀ ਕਿਹਾ ਨਹੀਂ, ਮਸਜਿਦ ਵਾਲੇ ਨੇ ਤਾਂ ਕਦੀ ਕਿਹਾ ਨਹੀਂ। ਮੈਂ ਇਸ ਮਾਈਕ ਤੇ ਤੁਸੀਂ ਪੁੱਛਦੇ ਹੋ ਮੈਨੂੰ ਸਵਾਲ, ਤੇ ਮੇਰਾ ਜਵਾਬ ਹੈ ਕਿ ਓਨਾ ਕੁ ਚਾੜੋ ਜਿੰਨੀ ਲੋੜ ਆ, ਬਾਕੀ ਦਾ ਤੁਸੀਂ ਚੰਗੀ ਥਾਂ ਤੇ ਲਾਓ। ਮੈਂ ਅਜੇ ਵੀ ਕਹਾਂਗਾ ਕਿ ਇਹ ਬੰਦ ਹੋ ਸਕਦੇ ਆ। ਇੱਥੇ ਸਾਡੇ ਕਈਆਂ ਥਾਵਾਂ ਤੇ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਬਣਨ ਨੂੰ ਕੋਈ ਕੁਛ ਨਹੀਂ ਆ, ਕਿਉਂਕਿ ਇਨਕਮ ਹੈ ਨਹੀਂ। ਗੋਲਕ ਦੇ ਵਿੱਚ ਉਹਨਾਂ ਕੁ ਚਾੜ ਦਿਓ। ਪਹਿਲੀ ਗੱਲ ਤਾਂ ਕਿਤੇ ਲਿਖਿਆ ਹੀ ਨਹੀਂ ਕਿ ਚਾੜਨਾ, ਪਰ ਫਿਰ ਵੀ ਸਾਡੀ ਇੱਕ ਸਾਨੂੰ ਅਸੀਂ ਸੱਚੇ ਮਤਲਬ ਕਹਿ ਲਓ ਕਿ ਅੰਦਰੋਂ ਉੱਤੋਂ ਭਾਵੇਂ ਜਿੰਨੇ ਮਰਜ਼ੀ ਕੋਈ ਕਰਮ ਕਰਦੇ ਵੀ ਅੰਦਰੋਂ ਸਾਡੇ 'ਚ ਡਰ ਹੈਗਾ। ਬਾਬੇ ਨਾਨਕ ਨੇ ਕਿਹਾ ਸੀਗਾ ਨਾਮ ਜਪਣਾ, ਵੰਡ ਛਕਣਾ ਤੇ ਕਿਰਤ ਕਰਨੀ। ਹਾਂਜੀ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਹੁਣ ਅਸੀਂ ਉਹ ਵੰਡ ਛਕਣ ਵਾਲੀ ਜਿਹੜੀ ਗੱਲ, ਦਸਵੰਧ ਕੱਢਣ ਵਾਲੀ ਗੱਲ ਆ, ਉਹ ਗੁਰੂ ਘਰ ਚਾੜ ਦਿੰਦੇ ਹਾਂ, ਬਜਾਏ ਇਸ ਦੇ ਕਿ ਅਸੀਂ ਆਪ ਕੋਸ਼ਿਸ਼ ਕਰੀਏ ਕਿ ਚੰਗਾ ਬੰਦਾ, ਕੋਈ ਨੀਡੀ ਬੰਦਾ, ਕੋਈ ਜ਼ਰੂਰਤਮੰਦ ਬੰਦਾ, ਕਿਸੇ ਵੀ ਧਰਮ ਦਾ ਲੈ ਲਓ, ਜ਼ਰੂਰੀ ਨਹੀਂ ਤੁਸੀਂ ਪੰਜਾਬ ਦੇ ਵਿੱਚ ਹੀ ਕਰਨਾ ਤੇ ਵਿਸਾਖੀ ਦੇ ਲੰਗਰ ਹੀ ਲਾਉਣੇ ਨੇ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨ ਬੋ। ਜੇ ਅਸੀਂ ਦਸਵੰਧ ਨੂੰ ਕਿਸੇ ਚੰਗੇ ਥਾਂ ਤੇ ਲਾਉਣਾ, ਕਿਤੇ ਵੀ ਲਾ ਦਿਓ ਯਾਰ, ਕਿਸੇ ਨੂੰ ਵੀ ਦੇ ਦਿਓ, ਕਿਸੇ ਨੂੰ ਵੀ ਦੇ ਦਿਓ। ਮਤਲਬ ਜਿੱਥੇ ਤੁਸੀਂ ਜੇ ਕੋਈ ਗੁੰਡਾ ਤੇ ਮਹਾ ਗੁੰਡਿਆਂ ਤੋਂ ਬਚਾਉਣਾ ਗੁੰਡੇ ਨੂੰ, ਤੇ ਫਿਰ ਗੁੰਡੇ ਦਾ ਫਾਇਦਾ ਕਰ ਦਿਓ, ਮਹਾ ਗੁੰਡਿਆਂ ਦਾ ਗੁੰਡੇ ਦਾ ਫਾਇਦਾ ਕਰ ਦਿਓ। ਬਿਲਕੁਲ। ਮਤਲਬ ਕਿਵੇਂ ਕਰੋਗੇ ਤੁਸੀਂ? ਆਪਣੇ ਆਪ ਨੂੰ ਪਹਿਲਾਂ ਸੁਧਾਰਾਂਗੇ। ਚਲੋ ਖੈਰ ਨਹੀਂ ਵੀ ਆਪਾਂ ਵੱਧਦੇ ਅੱਗੇ, ਸਮਾਂ ਆਪਣਾ ਏਦਾਂ ਹੀ ਲੰਘ ਜਾਣਾ ਗੱਲਾਂ ਬਾਤਾਂ ਦੇ ਵਿੱਚ। ਕਈਆਂ ਦੇ ਕਈ ਫੋਨ ਇਸੇ ਕਰਕੇ ਆਉਂਦੇ ਕਿ ਤੁਸੀਂ ਚੰਗੀ ਗੱਲ ਕਰਦੇ ਹੋ, ਗੱਲ ਟੁੱਟਣ ਨਹੀਂ ਦਿੰਦੇ। ਕਾਂਗਰਸ ਨੇ ਚੰਨੀ ਸਾਹਿਬ ਨੂੰ ਜੋ ਮੁੱਖ ਮੰਤਰੀ ਦਾ ਉਮੀਦਵਾਰ ਬਣਾਇਆ, ਸਿੱਧੂ ਸਾਹਿਬ ਦੀ ਮੈਂ ਸਾਰੀ ਸਪੀਚ ਸੁਣ ਰਿਹਾ ਸੀਗਾ। ਚਲੋ ਠੀਕ ਹੈ ਯਾਰ, ਹੱਕ ਵੀ ਬਣਦਾ ਬੋਲਣਾ, ਬੋਲਿਆ ਉਹ। ਸਿੱਧੂ ਦਾ ਏਜੰਡਾ ਹੋਵੇਗਾ ਲਾਗੂ, ਚੰਨੀ ਦਾ ਫਾਇਦਾ ਕਾਂਗਰਸ ਨੂੰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਵੀ ਹੋਵੇਗਾ। ਇਹ ਤਾਂ ਇੱਕ ਰਾਜਨੀਤੀ ਪੜਾਅ ਆ, ਪਰ ਕੀ ਲੱਗਦਾ ਤੁਹਾਨੂੰ? ਤੁਹਾਡਾ ਨਜ਼ਰੀਆ ਕੀ ਹੈ? ਜਿੱਥੋਂ ਤੱਕ ਸਿੱਧੂ ਸਾਹਿਬ ਦੀ ਗੱਲ ਆ ਜੀ, ਸਿੱਧੂ ਸਾਹਿਬ ਨੂੰ ਬਕਾਇਦਾ ਤੌਰ ਤੇ ਮਨਾਇਆ ਗਿਆ ਕਿ ਇਸ ਵੇਲੇ ਆਪਣਾ ਨੁਕਸਾਨ ਹੁੰਦਾ, ਆਪਾਂ ਨੁਕਸਾਨ ਨਾ ਕਰੀਏ, ਔਰ ਉਹਨਾਂ ਨੇ ਇਸ ਗੱਲ ਨੂੰ ਮੰਨ ਲਿਆ। ਜਦੋਂ ਰਾਹੁਲ ਗਾਂਧੀ ਜੀ ਆਏ ਤੇ ਬਕਾਇਦਾ ਤੌਰ ਤੇ 2 ਵਜੇ ਇਹਨਾਂ ਰੈਲੀ 'ਚ ਪੁੱਜਣਾ ਸੀ, ਇਹ 1 ਘੰਟਾ ਤੇ ਘੱਟੋ ਘੱਟ 40 ਮਿੰਟ ਲੇਟ ਪੁੱਜੇ। ਅੱਛਾ, ਪੌਣੇ 2 ਘੰਟੇ ਬਕਾਇਦਾ ਤੌਰ ਤੇ ਹਯਾਤ ਹੋਟਲ ਦੇ ਵਿੱਚ ਸਿਰਫ ਇਹੋ ਹੀ ਗੱਲ ਚੱਲਦੀ ਰਹੀ ਤੇ ਇਹ ਕਹਿੰਦਾ ਰਿਹਾ ਜੀ ਮੇਰਾ ਕੀ ਰੋਲ ਹੈਗਾ। ਫਿਰ ਉਹਦਾ ਰੋਲ ਬਕਾਇਦਾ ਤੌਰ ਤੇ ਸਪਸ਼ਟ ਕਰ ਦਿੱਤਾ ਚੰਨੀ ਜੀ ਨੇ, ਭਾਈ ਤੁਹਾਡਾ ਏਜੰਡਾ ਲਾਗੂ ਹੋ ਗਿਆ, ਤੁਸੀਂ ਆਪ ਕਰੋਗੇ, ਤੁਸੀਂ ਇੰਡੀਪੈਂਡੈਂਟ ਹੋਗੇ ਜਦੋਂ ਆਪਣੀ ਸਰਕਾਰ ਬਣੂਗੀ। ਕਿਉਂ? ਚੰਨੀ ਨੂੰ ਇੱਕ ਮਜਬੂਰੀ ਬਣ ਗਿਆ ਸੀ ਇਹਨਾਂ ਦਾ ਐਲਾਨ ਕਰਨ ਦਾ। ਹੁਣ ਕਈ ਅਖਬਾਰਾਂ ਨੇ ਅੱਜ ਲਿਖਿਆ ਵੀ ਮਾਸਟਰ ਸਟ੍ਰੋਕ ਰਾਹੁਲ ਗਾਂਧੀ ਨੇ ਮਾਰਿਆ। ਠੀਕ ਹੈ, ਵੋਟਾਂ ਦਾ ਧਰੁਵੀਕਰਨ ਤੇ ਹੋਣਾ ਵਾ। ਅੱਜ ਦੀ ਡੇਟ ਦੇ ਵਿੱਚ ਬਕਾਇਦਾ ਤੌਰ ਤੇ ਹਰ ਐਮਐਲਏ ਜਿਹੜਾ ਖੜਾ, ਉਮੀਦਵਾਰ ਖੜਾ, ਉਹ ਕਹਿੰਦਾ ਜੀ ਚੰਨੀ ਜੀ ਮੇਰੇ ਹਲਕੇ 'ਚ ਆ ਜਾਣ ਤਾਂ ਕਿ ਜਿਹੜਾ ਗਲਤ ਵੋਟਾਂ ਦਾ ਧਰੁਵੀਕਰਨ ਹੋ ਸਕੇ, ਮੇਰੇ ਹੱਕ 'ਚ ਭੁਗਤ ਸਕਣ। ਜੇ ਕਿਤੇ ਚੰਨੀ ਨੂੰ ਬਕਾਇਦਾ ਤੌਰ ਤੇ ਇਹ ਅਨਾਊਂਸ ਨਾ ਕਰਦੇ ਤੇ ਗਲਤ ਵੋਟ ਇਹਨਾਂ ਤੋਂ ਬਹੁਤ ਵੱਡੀ ਗਿਣਤੀ ਟਿਲਟ ਕਰ ਦੇਣਾ ਸੀਗਾ। ਮੈਂ ਨਹੀਂ ਕਹਿੰਦਾ ਹੁਣ ਸਾਰਾ ਆ ਜਾਊਗਾ, ਲੇਕਿਨ ਹੁਣ ਵੱਡੀ ਗਿਣਤੀ ਜਿਹੜਾ ਇਹਨਾਂ ਨੂੰ ਗਲਤ ਵੋਟ ਮਿਲਦੀ ਪੂਰੀ ਆਸ। ਤੁਸੀਂ ਵੇਖੋ 111 ਦਿਨਾਂ ਦੇ ਵਿੱਚ ਘੱਟੋ ਘੱਟ
8 ਵਜੇ ਜਲੰਧਰ ਗਏ ਨੇ ਚੰਨੀ ਸਾਹਿਬ, ਬਕਾਇਦਾ ਤੌਰ ਤੇ 2 ਕਰੋੜ ਦੀ ਗ੍ਰਾਂਟ ਦਿੱਤੀ, ਉਹਦਾ ਸੀਵਰੇਜ ਪਾਉਣ ਦੀ ਗੱਲ ਕੀ, ਕੰਮ ਸ਼ੁਰੂ ਕਰਾਤਾ ਉੱਥੇ ਪਿਆ, ਲੋ ਜੀ ਕੰਮ ਵੀ ਸ਼ੁਰੂ ਕਰਾਤਾ ਤੁਹਾਡਾ, ਪੈਸੇ ਵੀ ਦੇ ਦਿੱਤੇ, ਤੁਹਾਡਾ ਸੀਵਰੇਜ ਪੈ ਜਾਊਗਾ। ਬੱਲਾ ਵਾਲੇ ਡੇਰੇ ਵਾਲੇ ਬਾਬਿਆਂ ਕੋਲੇ ਜਾ ਕੇ ਤਾਂ ਆਪੇ ਨੱਕ ਕੁੱਡਾ ਰੁਗੜਿਆ, ਤੇ ਮੈਨੂੰ ਉਮੀਦ ਹੈ ਵੀ ਦੁਆਬੇ ਦੇ ਵਿੱਚ ਸਭ ਤੋਂ ਵੱਧ ਸੀਟਾਂ ਮਿਲਣਗੀਆਂ ਇਹਨਾਂ ਨੂੰ। ਫਿਰ ਦੂਸਰੀ ਚੀਜ਼, ਚੰਨੀ ਸਾਹਿਬ ਭੋਲੇ ਲੈ ਲਓ ਜਾਂ ਗਰੋਹ ਲੈ ਲੈ, ਮੈਂ ਨਹੀਂ ਤਾਂ ਮੇਰੇ ਸ਼ਕੀਨ ਦਾ, ਇੱਕ ਪਾਸੇ ਜਾ ਕੇ ਨੈਣਾ ਦੇਵੀ ਮੱਥਾ ਟੇਕਦੇ, ਉੱਥੇ ਪੂਜਾ ਕਰਦੇ, ਦੂਜੇ ਪਾਸੇ ਅਨੰਦਪੁਰ ਸਾਹਿਬ ਜਾਂਦੇ ਆ, ਚੰਗੀ ਗੱਲ, ਸਾਰੇ ਧਾਰਮਿਕ ਸਥਾਨ ਜਾਣਾ ਚਾਹੀਦਾ। ਇੱਕ ਬੰਗਲਾ ਮਾਤਾ ਵਾ, ਤੁਸੀਂ ਸੁਣਿਆ ਹੋਗਾ ਸ਼ਾਇਦ, ਬੰਗਲਾ ਮਾਤਾ ਦੇ ਵਿੱਚ ਇਹ ਪੂਜਾ ਕੀਤੀ ਜਾਂਦੀ ਹੈ, ਉੱਥੇ ਟਾਈਮ ਨਹੀਂ ਮਿਲ ਰਿਹਾ ਅੱਜ ਕੱਲ, 24 ਘੰਟੇ ਪੂਜਾ ਹੁੰਦੀ ਆ, ਲੀਡਰ ਟਾਈਮ ਕਰ ਰਹੇ ਆ ਕਿ ਮੇਰੇ ਵਿਰੁੱਧ ਦਾ ਬੇੜਾ ਕਰ ਕਰੀ ਮਾਤਾ, ਤੁਹਾਡਾ ਬੜਾ ਜੇ ਉਹ ਫਿਰ ਰੱਬ ਕਾਹਦਾ ਆਇਆ, ਉੱਥੇ ਪੂਜਾ ਕਰਕੇ ਆਏ ਨੇ, ਨਹੀਂ ਸਭ ਉੱਥੇ ਪੂਜਾ ਕਰਕੇ ਆਏ ਨੇ। ਮੈਂ ਤੇ ਗੱਲ ਕਹੂੰਗੀ, ਕੋਈ ਧਾਰਮਿਕ ਸਥਾਨ ਤੇ ਇਹੋ ਜਿਹੀ ਸਿੱਖਿਆ ਨਹੀਂ ਦਿੰਦਾ, ਇਹ ਲੋਕਾਂ ਨੇ ਆਪਣੀਆਂ ਧਾਰਨਾਵਾਂ ਬਣਾਈਆਂ, ਬੇਸ਼ੱਕ ਪੜੀ ਰੱਖਣ। ਹਿਮਾਚਲ ਦੇ ਵਿੱਚ ਹੈਗਾ ਮੰਦਿਰ, ਉਹ ਬਕਾਇਦਾ ਤੌਰ ਤੇ ਅਖਬਾਰ 'ਚ ਰਿਪੋਰਟ ਛਪੀ ਸੀ, ਜਿੱਥੇ ਪੂਜਾ ਕਰਨ ਜਾ ਕੇ ਚੰਨੀ ਸਾਹਿਬ ਆਪਣੇ ਪਰਿਵਾਰ ਦੇ ਨਾਲ, ਹੈਡਿੰਗ ਅਖਬਾਰ ਨੇ ਕੱਢਿਆ ਸੀ ਕਿ ਇੱਥੇ ਮਾਤਾ ਕੋਲੋਂ ਇਹੀ ਮੰਗ ਕੀਤੀ ਜਾਂਦੀ ਕਿ ਮੇਰੇ ਵਿਰੋਧੀ ਦਾ ਬੇੜਾ ਕਰਕੇ, ਤੇ ਬਾਕੀ ਇਕੱਲਾ ਇਹੀ ਨਹੀਂ ਨਾ ਗਿਆ, ਹੋਰ ਵੀ ਤੇ ਜਾਂਦੇ ਹੀ ਆ ਸਾਰੇ। ਮੈਂ ਤਾਂ ਕਹਿਣਾ ਨੂੰ, ਪਰ ਇਹਨੂੰ ਹੀ ਕਿਉਂ ਟਾਰਗੇਟ ਕੀਤਾ? ਗੱਲ ਤੇ ਲੰਮੀ ਜਿਹੜੀ ਹੈ, ਟਾਈਮ ਨਹੀਂ ਮਿਲ ਰਿਹਾ, ਸਾਰੇ ਗਏ ਨੇ, ਸਾਰੇ ਜਾ ਰਹੇ ਨੇ। ਪਰ ਮੈਂ ਫਿਰ ਕਹੂੰਗਾ ਕਿ ਕੋਈ ਵੀ ਜਿਹੜੇ ਦੇਵੀ ਦੇਵਤਾ ਕਿਸੇ ਦਾ ਬੁਰਾ ਨਹੀਂ ਸੋਚਦਾ, ਇਹ ਸਾਡੀ ਧਾਰਨਾ ਵੀ ਸੀ, ਜਾ ਕੇ ਗੱਲ ਕਰਾਂਗੇ ਤੇ ਸਾਡੀ ਜਿਹੜੀ ਉੱਥੇ ਸੁਣਵਾਈ ਹੋ ਜੂਗੀ, ਜਿਹੜਾ ਬੁਰਾ ਹੋ ਜੂਗਾ। ਹਾਂ, ਆਪਣੀ ਭਲਾਈ ਦੀ ਗੱਲ ਕਰ ਸਕਦੇ ਹੋ ਜੀ। ਲੋ ਕਾਲ ਆਈ, ਕਾਲ ਲੈ ਲੈਣੇ। ਸਰਬੱਤ ਦੇ ਭਲੇ ਦੀ ਗੱਲ ਕਰਦੇ ਹਮੇਸ਼ਾ ਹੀ, ਅਰਦਾਸ ਸਰਬੱਤ ਦੇ ਭਲੇ ਕਰਦੇ ਨਾ, ਅਸੀਂ ਕਿਤੇ ਬੁਰਾ ਨਹੀਂ ਸੋਚਿਆ ਕਰੀ। ਜੀ ਜੀ ਦੋਸਤੋ, ਕਾਲ ਤੋਂ ਪਹਿਲਾਂ ਮੈਂ ਰਿਕੁਐਸਟ ਕਰਨਾ ਚਾਹੁੰਦਾ, ਉਦੋਂ ਵੀ ਪੱਟੀ ਸਾਹਿਬ ਬਿਨਾਂ ਵਜ੍ਹਾ ਤੋਂ ਜਿਹੜੇ ਸਾਡੇ ਕੁਝ, ਜੇ ਸਾਨੂੰ ਯਾਦ ਹੀ ਨਹੀਂ ਹੁੰਦਾ ਕੋਈ ਗੱਲਾਂ ਅਸੀਂ ਕੀਤੀਆਂ ਹੁੰਦੀਆਂ ਨੇ, ਅਸੀਂ ਉਸ ਵਕਤ ਦੇ ਮੌਕੇ ਦੇ ਹਿਸਾਬ ਨਾਲ ਜਿਹੜਾ ਟਾਕ ਸ਼ੋ ਚੱਲ ਰਿਹਾ ਹੁੰਦਾ ਵਾ ਉੱਤੇ ਕੀਤੀਆਂ ਹੁੰਦੀਆਂ। ਹਾਂ, ਯਾਦ ਉਹਨੂੰ ਰਹਿਣਗੀਆਂ ਜਿਹਨੇ ਜਾਣ ਬੁੱਝ ਕੇ ਕੀਤੀਆਂ ਹੋਣਗੀਆਂ, ਜਾਣ ਬੁੱਝ ਕੇ ਕੀਤੀਆਂ ਹੋਣਗੀਆਂ, ਉਹਨੂੰ ਯਾਦ ਰਹਿਣਗੀਆਂ। ਜਿਹਨੂੰ ਪਤਾ ਹੀ ਨਹੀਂ ਆ ਕਿ ਮੈਂ ਯਾਰ ਸੱਚ ਬੋਲਤਾ, ਸੱਚ ਨੂੰ ਯਾਦ ਰੱਖਣ ਦੀ ਲੋੜ ਨਹੀਂ, ਅਸੀਂ ਸੱਚ ਦੇ ਹਾਮੀ ਆ, ਪਰ ਇੰਨਾ ਵੀ ਨਹੀਂ, ਹਮ ਨਹੀਂ ਚੰਗੇ ਬੁਰਾ ਨਹੀਂ ਚਾਹੀਦੇ। ਮੇਰੇ ਤੋਂ ਦੁਨੀਆ ਦਾ ਗੰਦਾ ਬੰਦਾ ਜੰਮਿਆ ਹੀ ਨਹੀਂ ਆ, ਮੈਂ ਜਿੰਨਾ ਗੰਦਾ, ਮਤਲਬ ਇਹ ਚੱਲ ਕੇ ਚੱਲਾਂਗੇ ਨਾ ਆਪਾਂ ਤੇ ਸਾਰੇ ਹੀ ਚੰਗੇ ਲੱਗਣਗੇ। ਪਰ ਜੇ ਅਸੀਂ ਕਹੀਏ ਕਿ ਦੂਜਾ ਬੰਦਾ ਯਾਰ ਮੇਰੇ ਵਿਚਾਰਾਂ ਨੂੰ ਕੱਟ ਰਿਹਾ ਵਾ, ਤੇ ਇਹ ਕਿਉਂ ਕੱਟ ਰਿਹਾ, ਤੇ ਅਸੀਂ ਉਹਦੀ ਨਿੱਜੀ ਪਰਸਨਲ ਲਾਈਫ ਦੇ ਵਿੱਚ ਵੀ ਮੁੜ ਕੇ ਜਾ ਕੇ ਦਖਲਅੰਦਾਜ਼ੀ ਕਰਾਂਗੇ, ਉਹਨੂੰ ਉਦੋਂ ਫੋਨ ਕਰਾਂਗੇ, ਉਹਦੇ ਕੋਲ ਟਾਈਮ ਹੈਗਾ ਚਾਹੇ ਨਹੀਂ ਹੈਗਾ, ਉਹ ਹਾਂਜੀ 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 ਬੈਠਾ ਕਿਤੇ ਹੋਰ, ਆਪਣਾ ਯਾਰ ਲਾਈਫ ਵੀ ਆ ਨਾ ਬੰਦੇ ਦੀ। ਤੇ ਤੁਸੀਂ ਕਹੋਗੇ ਅਸੀਂ ਕਾਲ ਕੀਤੇ, ਨਹੀਂ, ਆਫ ਦੀ ਏਅਰ ਨਹੀਂ, ਰੇਡੀਓ ਦੀ ਗੱਲ ਰੇਡੀਓ ਤੇ, ਟੈਲੀਵਿਜ਼ਨ ਦੀ ਗੱਲ ਟੈਲੀਵਿਜ਼ਨ ਤੇ। ਪਲੀਜ਼ ਮੇਰੀ ਰਿਕੁਐਸਟ ਆ, ਲਾਈਨ ਤੁਸੀਂ ਕ੍ਰੋਸ ਨਾ ਕਰੋ, ਅਸੀਂ ਕ੍ਰੋਸ ਨਹੀਂ ਕਰਦੇ, ਸਾਡੇ ਕੋਲ ਪੈਸੇ ਨਹੀਂ ਹੈਗੇ ਵਕੀਲਾਂ ਨੂੰ ਦੇਣ ਵਾਸਤੇ। ਤੁਹਾਨੂੰ ਸ਼ੌਂਕ ਹੈ, ਮੇਰੇ ਕੋਲ ਟਾਈਮ ਲੈ ਲਓ ਸਟੇਸ਼ਨ 'ਤੇ ਹੁਣ ਅੱਜ ਮੈਂ ਦੀਪਕ ਸਾਹਿਬ ਦੀ ਐਡਵਰਟਾਈਜ਼ਮੈਂਟ ਦੇ ਵਿੱਚ ਐਡ ਵੀ ਹੈਗੀ ਹੈ ਕਿ ਟਾਈਮ ਲੈ ਲਓ, ਹਾਂਜੀ ਕਰਕੇ ਵੇਖੋ, ਉੱਥੇ ਸੋਸ਼ਲ ਇੰਸ਼ੋਰੈਂਸ ਨੰਬਰ ਲੈਂਦੇ ਅਗਲੇ, ਫਿਰ ਬੋਲ ਕੇ ਵੇਖੋ, ਫਿਰ ਪਤਾ ਲੱਗਦਾ ਫਿਰ ਵਕੀਲ ਨੂੰ ਜਦੋਂ ਚਿੱਠੀ ਦਾ ਜਵਾਬ ਦੇਣਾ ਪੈਂਦਾ। ਕਿਉਂ ਭੱਟੀ ਸਾਹਿਬ, ਇਹ ਕੋਈ ਯੂਟਿਊਬ ਨਹੀਂ ਆ, ਇਹ ਕੋਈ ਫੇਸਬੁੱਕ 'ਤੇ ਬੈਠਾ ਨਹੀਂ ਹੈਗਾ ਮੈਂ, ਸਾਡੇ ਤੇ ਕੈਨੇਡੀਅਨ ਬ੍ਰੌਡਕਾਸਟ ਰੂਲ ਐਂਡ ਰੈਗੂਲੇਸ਼ਨ ਲਾਗੂ ਹੋ ਰਿਹਾ, ਇਸ ਕਰਕੇ ਸਾਡੀ ਜਿਹੜਾ ਹੁੰਦੀ ਹੈ, ਹੋਰ ਕੋਈ ਜਿਹੜਾ ਹੋਣ ਦਾ ਕਾਰਨ ਨਹੀਂ ਰਹਿ ਗਿਆ। ਸਵਾਲ ਛੋਟਾ ਰੱਖਿਆ ਜਾਵੇ, ਧੰਨਵਾਦੀ ਹੋਵਾਂਗੇ, ਮਿਹਰਬਾਨੀ। ਅੱਛਾ, ਇਸੇ ਨੂੰ ਸਾਰਿਆਂ ਨੇ ਤੁਰਨਾ ਸੰਸਾਰ ਤੋਂ, ਤੇ ਆਪਾਂ ਵੀ ਜਾਣਾ। ਲੋਟਸ ਫਿਊਨਲ ਹੋਮ ਵੱਲੋਂ ਸਪਾਂਸਰ ਕੀਤਾ ਜਾਂਦਾ। ਰੱਬ ਨਾ ਕਰੇ ਕੋਈ ਪ੍ਰਾਣੀ ਤੁਰ ਜਾਂਦਾ, ਉਹਦੀਆਂ ਤੁਹਾਡੀਆਂ ਧਾਰਮਿਕ ਰੋਹ ਰੀਤਾਂ ਦੇ ਮੁਤਾਬਕ ਉਸ ਨੂੰ ਵਿਦਾ ਕਰਦੇ ਨੇ। ਵੀਰ ਹਰਮਿੰਦਰ ਹੰਸੀ ਜੀ ਨੂੰ ਕਾਲ ਕਰ ਲਿਓ, 647 547 8188, ਔਰ ਉਹ 121 ਸਿਟੀ ਵਿਊ ਰੈਕਸਡਲ 3 4 ਕਿਚਨਰ ਦੇ ਵਿੱਚ ਵਾਕਿਆ ਨੇ। ਕਾਲ ਲੈ ਲੈਂਦੇ ਹਾਂ। ਔਰ ਰੂਸਾ ਆਲਮ ਨਾਲ ਜੁੜਿਆ ਹੋਇਆ ਸਵਾਲ ਹੈ ਕਿ ਕਿਸੇ ਦੇਸ਼ ਦੀ, ਖਾਸ ਤੌਰ 'ਤੇ ਪਾਕਿਸਤਾਨ ਜਿੱਥੋਂ IS ਦੀ ਹਮੇਸ਼ਾ ਹੀ ਕੈਪਟਨ ਸਾਹਿਬ ਨੂੰ ਜਿਹੜੀ ਆ ਉਹ ਖਤਰਾ ਰਹਿੰਦਾ, ਉਹ ਤੇ ਕੋਟਕਪੂਰੇ ਦੇ ਫਾਟਕ ਵਾਂਗ ਬੰਦ ਰਹਿਣ ਵਾਲਾ ਮੋਤੀ ਮਹਿਲ ਵਿਅਕਤੀਆਂ ਲਈ ਖੁੱਲਿਆ ਬੈਰੀਕੇਡ ਹਟਾਏ, ਉਹਦੀ ਗੱਲ ਕਰਾਂਗੇ। ਵੈਲਕਮ ਜੀ, ਜੀ ਆਇਆਂ ਨੂੰ। ਹਾਂਜੀ, ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਚਾਵਲਾ ਸਾਹਿਬ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਪੱਟੀ ਸਾਹਿਬ, ਦੇਖੋ ਆਪਣੇ ਪੰਜਾਬ ਜਾਂ ਆਪਣਾ ਹਿੰਦੁਸਤਾਨ ਦਾ ਲਾ ਲਓ, ਜਿੱਥੇ ਵੀ ਰੀਜਨਲ ਪਾਰਟੀ ਹੈ ਨਾ, ਜੇ ਰੀਜਨਲ ਪਾਰਟੀ ਜਿਹੜੀ ਹੁੰਦੀ ਹੈ, ਜੇ ਉਹ ਠੀਕ ਉਹਨੂੰ ਲੀਡਰ ਮਿਲ ਜਾਏ
ਤਾਂ ਉਹ ਕੁਦਰਤੀ ਗੱਲ ਆ, ਉਹ ਰੀਜ਼ਨ ਅੱਗੇ ਵੱਧ ਜਾਂਦਾ। ਤੁਸੀਂ ਹੁਣ ਦੇਖ ਲਓ ਕੇਰਲ ਨੂੰ ਲੈ ਲਓ, ਉਧਰ ਲੈ ਲਓ ਸਾਈਡ ਤੇ। ਇਹਨਾਂ ਦਾ ਕਾਰਨ ਇਹ ਹੈ ਕਿ ਸੈਂਟਰ ਗੌਰਮੈਂਟ ਦਾ ਸਕੀਮਾਂ ਇੱਕੋ ਜਿਹੀਆਂ ਹਿੰਦੁਸਤਾਨ ਵਾਸਤੇ। ਆਪਣੇ ਰੀਜਨਲ ਪਾਰਟੀ ਹੈ ਇੱਕ ਜਿਹੜੀ ਬੜੀ ਮਤਲਬ ਪੁਰਾਣੀ ਪਾਰਟੀ ਹੈ, ਆਜ਼ਾਦੀ ਤੋਂ ਪਹਿਲਾਂ ਦੀ, ਜਿਹਨੇ ਆਜ਼ਾਦੀ ਵਾਸਤੇ ਵੀ ਬੜਾ ਕੁਛ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਧਰਮ ਦੇ ਆਧਾਰ ਤੇ ਉੱਤੇ ਆ। ਪਰ ਅੱਜ ਕੱਲ ਇਹ ਹੈ ਵੀ ਉਹੀ ਪਾਰਟੀ ਜਿਹਦਾ ਮਤਲਬ ਪ੍ਰੈਜ਼ੀਡੈਂਟ ਮੈਨੂੰ ਪੰਥਕ ਨਹੀਂ ਦਿਸਦਾ, ਤੇ ਉਹ ਪੰਜਾਬ ਬਾਰੇ ਕੀ ਸੋਚ ਸਕਦਾ, ਇਹਦੇ ਬਾਰੇ ਗਿਆਨ ਕਰੋ ਜੀ। ਮਿਹਰਬਾਨੀ। ਜਿਹੜੀ ਗੱਲ ਤੁਸੀਂ ਕੀਤੀ ਆ ਜੀ, ਬੜੀ ਪਿਆਰੀ ਗੱਲ ਕੀਤੀ ਹੈ। ਉਹ ਵੇਲਾ ਸੀ ਜਦੋਂ ਲੀਡਰ ਕਹਿੰਦੇ ਸੀ ਪੰਥ ਜੀਵੇ ਮੈਂ ਮਰਾਂ। ਅੱਜ ਉਹ ਵੇਲਾ ਸੀ, ਅੱਗੇ ਵਪਾਰ ਬਣ ਗਈ ਸਿਆਸਤ ਸਾਡੇ ਲੀਡਰਾਂ ਵਾਸਤੇ। ਹੁਣ ਮੇਰੇ ਵੀਰ ਕਈ ਨੂੰ ਗੁੱਸਾ ਨਾ ਲੱਗੇ ਇਸ ਗੱਲ ਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਅਸੀਂ 100 ਇਲਜ਼ਾਮ ਲਾਈਏ, ਲੇਕਿਨ ਉਹਨੇ ਮਾਫੀਆ ਕੁਝ ਪੈਦਾ ਨਹੀਂ ਸੀ। 1997 ਤੋਂ ਲੈ ਕੇ 2000 ਤੱਕ ਦੀ ਮਾਫੀਆ ਨਹੀਂ ਪੈਦਾ ਹੋਣ ਦਿੱਤਾ ਸੀ, ਲੇਕਿਨ 2007 ਦੇ ਵਿੱਚ ਜਦੋਂ ਕੁਝ ਬੰਦਿਆਂ ਦੀ ਐਂਟਰੀ ਨਵੇਂ ਸਿਰੇ ਹੁੰਦੀ ਆ, ਤੇ 2007 ਤੋਂ ਲੈ ਕੇ ਤੇ 2012 ਤੱਕ ਮਾਫੀਆ ਦੀ ਬੁਨਿਆਦ ਰੱਖੀ। 2012 ਤੋਂ ਲੈ ਕੇ 17 ਤੱਕ ਉਹ ਮਾਫੀਆ ਫਿਰ ਚਰਮ ਸੀਮਾ ਤੇ ਚੱਲ ਜਾਂਦਾ। ਉਹਦੇ ਚ ਮਾਫੀਆ, ਲੈਂਡ ਮਾਫੀਆ, ਹੈਂਡ ਮਾਫੀਆ, ਕੇਬਲ ਮਾਫੀਆ, ਟਰਾਂਸਪੋਰਟ ਮਾਫੀਆ, ਕਿੰਨੇ ਮਾਫੀਆ ਕਰਨੀਏ ਤੁਸੀਂ, ਸਾਰੇ ਚਰਮ ਸੀਮਾ ਤੇ ਪੁੱਜ ਜਾਂਦੇ ਆ। ਕਈ ਲੋਕ ਦਬੀ ਵਿੱਚ ਗੱਲ ਵੀ ਕਰਦੇ ਆ, ਜੇ ਕੋਈ ਉੱਚੀ ਵਿੱਚ ਕਰਦਾ ਤੇ ਮੁਕੱਦਮਾ ਦਰਜ ਕਰਕੇ ਅੰਦਰ ਸੁੱਟ ਦਿੱਤਾ ਜਾਂਦਾ। ਬਿਲਕੁਲ। ਕੋਈ ਸਮਾਂ ਸੀ ਚਾਵਲਾ ਸਾਹਿਬ ਬਕਾਇਦਾ ਤੌਰ ਤੇ ਕੋਈ ਝੂਠਾ ਮੁਕੱਦਮਾ ਦਰਜ ਕਰਦਾ ਸੀ, ਉਹਦੀ ਇਨਕੁਆਇਰੀ ਹੁੰਦੀ ਸੀ, ਸਾਬਤ ਹੁੰਦਾ ਤੇ ਉਹਨੂੰ ਡਿਸਮਿਸ ਕਰਕੇ ਤੇ ਜੇਲ੍ਹ ਤੇ ਜਾਂਦਾ ਸੀ। ਇਦੋਂ ਗਲਤ ਮੁਕੱਦਮਾ ਦਰਜ ਕੀਤਾ। ਅੱਜ ਤੇ ਮੁਕੱਦਮੇ ਹੁੰਦੇ 90% ਗਲਤ, ਫਲਾਣੇ ਤੇ ਸਵੈਗ ਪਾ ਦਿਓ, ਸਮਾਜ ਤੇ। ਮੈਂ ਕਹਿੰਦਾ ਜੀ, ਅਸੀਂ ਪੱਤਰਕਾਰਾਂ ਨੂੰ ਸਲੂਟ ਕਰਦੇ ਹਾਂ ਤੁਹਾਨੂੰ। ਭਾਰਤ ਵਿੱਚ ਪੱਤਰਕਾਰਾਂ ਦੀ ਇੱਕ ਰਿਪੋਰਟ ਆਈ ਹੈ, ਕੱਲ ਪਰਸੋਂ ਸਾਂਝੀ ਕਰੂੰਗਾ। ਤੁਹਾਡੇ ਕੋਲ ਕਾਪੀ ਤੇ ਪੈਨ ਹੁੰਦਾ ਸੀ ਤੇ ਲੀਡਰ ਕੋਲ ਜ਼ਮੀਰ ਹੁੰਦਾ ਸੀ। ਬਿਲਕੁਲ ਬਿਲਕੁਲ ਬਿਲਕੁਲ। ਤੁਹਾਡੇ ਕੋਲ ਕਾਪੀ ਪੈਨ ਸੀ, ਲੀਡਰ ਕੋਲ ਜ਼ਮੀਰ ਹੁੰਦਾ ਸੀ। ਇਹਨੂੰ ਹਿੰਟ ਬਣਾ ਲਿਓ। ਲਿਖਣ ਨੂੰ ਤਾਂ ਮੈਂ ਲਿਖ ਸਕਦਾ, ਪਰ ਮੇਰੇ ਕੋਲ ਸਮਾਂ ਨਹੀਂ ਹੈਗਾ, ਮੈਨੂੰ ਟਾਈਪ ਕਰਨ ਦੀ ਮੁਸ਼ਕਿਲ ਆ। ਤੁਸੀਂ ਪੱਤਰਕਾਰ ਹੋ, ਬੜਾ ਕੋਈ ਇਸ ਹਿੰਟ ਦੇ ਉੱਤੇ ਬਹੁਤ ਕੁਝ ਲਿਖ ਸਕਦੇ ਹੋ, ਵਿਸ਼ਵ ਕਵਰ ਕਰ ਸਕਦੇ ਹੋ ਇਸ ਹਿੰਟ ਦੇ ਉੱਤੇ। ਪੱਤਰਕਾਰ ਕੋਲ ਕਾਪੀ ਪੈਨ ਹੁੰਦਾ ਸੀ, ਲੀਡਰ ਕੋਲ ਜ਼ਮੀਰ ਹੁੰਦਾ ਸੀ। ਲੀਡਰ ਕਦੇ ਪੱਤਰਕਾਰ ਨੂੰ ਚੈਲੰਜ ਨਹੀਂ ਕਰਦਾ, ਹਾਂ ਮੈਂ ਗੱਲ ਕਹੀ ਆ, ਬੋਲਿਆ ਵਾ, ਜਿਹਨੇ ਲਿਖਿਆ ਵਾ ਤੇ ਮੈਂ ਬੋਲਿਆ ਵਾ, ਤੇ ਉਹਦੇ ਲਿਖਣ ਦੇ ਨਾਲ ਹੀ ਉਹਨੂੰ ਅਸਤੀਫੇ ਤੱਕ ਦੇਣੇ ਪੈਂਦੇ ਸੀ ਤੇ ਹਿੱਲ ਜਾਂਦੇ ਸੀ। ਇਹ ਸੀ ਪਾਵਰ ਮੀਡੀਆ। ਬਿਲਕੁਲ ਜੀ, ਜਿਹੜੀ ਗੱਲ ਤੁਸੀਂ ਕਰਦੇ ਬਿਲਕੁਲ ਠੀਕ ਕਰਦੇ ਹੋ। ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਸਨ, ਉਹ ਮਹਿਕਮਾ ਦਾ ਮੰਤਰੀ ਸੀ। ਉਹਨਾਂ ਨੇ ਇੱਕ ਜਿਹੜਾ ਸੀ ਮਾਹਿਰ, ਉਹ ਦਿੱਲੀ ਤੋਂ ਚੰਡੀਗੜ੍ਹ ਤੋਂ ਆਪਣੇ ਨਾਲ ਬਿਠਾ ਲਿਆ ਵੀ ਮੇਰੇ ਪਿੰਡ ਬਾਦਲ ਚੱਲਦੇ, ਇਹਨਾਂ ਨੇ ਗੱਲਾਂ ਬਾਤਾਂ ਕਰਨ ਜਾਵਾਂਗੇ। ਇੱਕ ਬੰਦਾ ਨਾਲ ਹੋਰ ਬਿਠਾ ਲਿਆ, ਵਪਾਰੀ ਸੀਗਾ, ਉਹਦੇ ਨਾਲ এনवायरमेंट ਦੀ ਗੱਲ ਕਰਨੀ ਸੀ। ਤੇ ਉਹ ਇੰਨੀ ਗੱਲ ਕਹਿੰਦਾ ਕਿ ਚੰਡੀਗੜ੍ਹ ਤੋਂ ਲੈ ਕੇ ਬਾਦਲ ਪਿੰਡ ਤੱਕ ਇੱਕ ਵੀ এনवायरमेंट ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਸਿਰਫ ਉਸ ਵਪਾਰੀ ਨਾਲ ਆਪਣੇ ਬਿਜ਼ਨਸ ਨੂੰ ਵਧਾਉਣ ਵਾਸਤੇ ਗੱਲਾਂ ਕੀਤੀਆਂ ਵੀ ਮੈਂ ਇੱਥੋਂ ਪੈਸੇ ਲਾ ਦੇ, ਇੱਥੇ ਕਰ ਕਿਵੇਂ ਕੰਮ ਚੱਲੂ ਮੇਰਾ। ਤੇ ਜਦੋਂ ਸਾਡਾ ਰਾਜਾ ਵਪਾਰੀ ਬਣ ਜੇ ਨਾ, ਤੇ ਫਿਰ ਬਸ ਜੋ ਦੁਨੀਆ ਦਾ ਹਸ਼ਰ ਹੁੰਦਾ ਉਹ ਸਾਰਿਆਂ ਨੂੰ ਪਤਾ ਹੀ ਹੈ। ਮੈਨੂੰ ਲੱਗਦਾ ਕਿ ਕੋਟਕਪੂਰੇ ਵਾਲਾ ਫਾਟਕ ਸਵੇਰੇ ਖੁੱਲਣਾ ਆਪਣਾ, ਸਵੇਰੇ ਖੋਲਦਾ ਜੀ, ਕੋਈ ਗੱਲ ਨਹੀਂ। ਤੇ ਸਤਿ ਸ੍ਰੀ ਅਕਾਲ ਭਾਜੀ। ਆਜੋ ਲੰਘ ਆਓ। ਹਾਂਜੀ, ਕੀ ਹਾਲ ਜੀ? ਤੇ ਜੋਧਾ ਦੱਸਿਆ ਵਾ ਕੈਪਟਨ ਨੂੰ, ਖਾਸ ਬੀਬੀ ਨੇ ਪਾਕਿਸਤਾਨ ਤੋਂ, ਉਹਦੀ ਵੀ ਸਵੇਰੇ ਸ਼ੁਰੂ ਕਰ ਲਾਂਗੇ। ਹੁਣ ਵੀਰ ਜੀ ਦੀ ਕਾਲ ਲੈਣੇ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਕਹਿਣਾ ਸੀ ਮਹਾਰਾਜੇ ਦੀ ਮਹਾਰਾਣੀ ਤੇ ਕਰ ਲੈਣੀ ਚੋਣ ਪ੍ਰਚਾਰ, ਤੇ ਉਹ ਰਾਣੀ ਆ ਰਹੀ ਕਿ ਨਹੀਂ? ਉਹਨੇ ਪ੍ਰਚਾਰ ਪਾਕਿਸਤਾਨ ਤੋਂ ਕਰਤਾ। ਉਹੀ ਤੇ ਮੈਂ ਕਹਿਣ ਦਿਆਂ ਕਿ ਰੂਸਾ ਆਲਮ ਵਾਲਾ ਪ੍ਰਗਟ ਹੋਈ ਨੇ, ਉਹਨੇ ਉੱਥੇ ਬੈਠਿਆ ਕਹਿਤਾ, ਕੈਪਟਨ ਨੂੰ ਜੋਧਾ ਦੱਸਿਆ। ਜੋਧਾ ਕਾਂਗਰਸ ਦੀ ਕੀਤੀ ਨੁਕਤਾਚੀਨੀ, ਕਮਜ਼ੋਰ ਦੱਸਿਆ ਦੋਨਾਂ ਨੂੰ। ਹੁਣ ਤੇ ਰਾਣੀ ਗੱਜੂਗੀ ਜੀ। ਹਾਂ ਚਲੋ। ਹਾਂਜੀ ਭੱਟੀ ਸਾਹਿਬ, ਕਾਲਾ ਲੋ ਮਿੰਟ 1.5 ਮਿੰਟ ਬਾਕੀ, ਸ਼ੁਰੂ ਫੇਰ ਕਰ ਲਾਂਗੇ ਸਵੇਰੇ, ਇੱਥੋਂ ਹੀ ਕਰ ਲਓ। ਬਿਲਕੁਲ, ਜਿਹੜੀ ਗੱਲ ਤੁਸੀਂ ਗੱਲ ਕਹੀ ਆ, ਬਕਾਇਦਾ ਤੌਰ ਤੇ ਬੀਬੀ ਉੱਥੇ ਇੱਕ ਟੀਵੀ ਨੂੰ ਇੰਟਰਵਿਊ ਦਿੱਤੀ ਉਹਨੇ ਪਾਕਿਸਤਾਨ ਦੇ ਵਿੱਚ।
ਉਹਦੇ ਵਿੱਚ ਕਹੀ ਜੀ ਪੰਜਾਬ ਦੇ ਵਿੱਚ, ਪੂਰਬੀ ਪੰਜਾਬ ਦੇ ਵਿੱਚ ਜੇ ਕੋਈ ਯੋਧਾ ਹੈਗਾ ਤੇ ਉਹ ਕੈਪਟਨ ਅਮਰਿੰਦਰ ਸਿੰਘ ਰੱਖ ਜੀ। ਬਿਲਕੁਲ ਠੀਕ ਹੈ। 2012 ਦੇ ਵਿੱਚ ਕਾਂਗਰਸ ਹਾਰੀ ਕਿਉਂ ਸੀ? ਬੀਬੀ ਹੋਰੀ 4 ਦਿਨ ਪਹਿਲਾਂ ਆ ਗਏ ਤੇ ਕੈਪਟਨ ਸਾਹਿਬ ਨੇ ਮੁੜ ਕੇ ਆਪਣੇ ਮਹੱਲ ਦੇ ਬੂਹੇ ਬੰਦ ਕੇ ਬਾਹਰ ਨਿਕਲੇ, ਕਿਸੇ ਫੋਨ ਹੀ ਨਹੀਂ ਸੁਣਿਆ। ਉਮੀਦਵਾਰ ਫੋਨ ਕਰਦੇ ਜੀ ਕੈਪਟਨ ਸਾਹਿਬ ਨਾਲ ਗੱਲ ਕਰਾਓ ਤਾਂ ਉਹ ਕਹਿੰਦੇ ਨਹੀਂ ਜੀ ਉਹ ਬਿਜੀ ਨੇ। ਉਹਨੇ ਤਾਂ ਜਿਹਦਾ ਕਹਿਣਾ ਕਿ ਅਜੀ ਦੀ ਇੰਨੀ ਆਓ ਭਗਤ ਹੋਈ ਹੋਵੇ। ਕਾਂਗਰਸ ਨੂੰ ਕਮਜ਼ੋਰ ਦੱਸਣਾ, ਇੱਥੋਂ ਤੱਕ ਕਹਿਣਾ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਵਾ ਇਹ ਤੇ ਆਪਣੇ ਲਾਫਟਰ ਚੰਚ ਦੇ ਠਾਕੇ ਮਾਰਦਾ ਸੀ ਤੇ ਜਿਹੜੀ ਇਹਦੀ ਘਰ ਵਾਲੀ ਸੀ ਬਕਾਇਦਾ ਤੌਰ ਤੇ ਦਾ ਮਹਿਕਮਾ ਵੀ ਚਲਾਉਂਦੀ ਸੀ ਤੇ ਨਾਲ ਮਹਿਕਮੇ ਦੇ ਨਾਲ ਜਿਹੜੀ ਸੀ ਕਰਪਸ਼ਨ ਵੀ ਕਰਦੀ ਸੀ। ਤੇ ਬੀਬੀ ਜੀ ਤੁਸੀਂ ਪਾਕਿਸਤਾਨ ਜਾ ਕੇ ਬੋਲੇ ਤੇ ਉਦੋਂ ਕੋਈ ਨਹੀਂ ਫੜਿਆ। ਅੱਜ ਕਈ ਅਫਸਰ ਇੰਨੀ ਗੱਲ ਕਹਿੰਦੇ ਆ ਵੀ ਰੂਸਾਂ ਦੇ ਸਾਨੂੰ ਫੋਨ ਆਉਂਦੇ ਸੀਗੇ ਵੀ ਆਹ ਕੰਮ ਇੰਜ ਨਹੀਂ ਇੰਜ ਕਰਾ ਦਿਓ। ਕਈ ਜਿਹੜੇ ਲੀਡਰ ਸੀ ਉਹ ਜਿਹੜੇ ਕਈ ਅਫਸਰ ਜਾਂਦੇ ਸੀਗੇ ਆਪਣੇ ਟੈਚੀ ਲੈ ਕੇ ਆ ਲਓ ਬੀਬੀ ਜੀ ਪੈਸੇ ਲਓ ਤੇ ਸਾਡੀ ਬਦਲੀ ਕਰਾ ਦਿਓ। ਬਸ ਸਰਕਾਰ ਤੋਂ ਉਹ ਚੁਣੌਤੀ ਤੇ ਜੋ ਤਾਂ ਤੁਸੀਂ ਕਹਿਣਾ ਹੀ ਕਹਿਣਾ ਵੇਖੋ ਉਹਨਾਂ ਖੁਦ ਕੋਲ ਜੋ ਕੌਣ ਜੇ ਇਹ ਕੰਮ ਕਰਾਉਣ ਵਾਲਾ ਕੋਈ ਇੱਕ ਬੰਦਾ ਵੀ ਸਾਨੂੰ ਸੁਣਦਾ ਹੋਵੇ, ਇੱਕ ਬੰਦੇ ਨੇ ਵੀ ਇਦਾਂ ਦਾ ਕੰਮ ਕੀਤਾ ਹੋਵੇ, ਬਾਕੀ ਚਲੋ ਛੱਡੋ, ਉਹ ਕਿਤੇ ਆਤਮਾ ਤੇ ਹੱਥ ਰੱਖ ਕੇ ਸੋਚਿਓ ਕਿ ਹੋਇਆ ਕੀ ਤੁਹਾਡੇ ਨਾਲ। ਤੁਸੀਂ ਤੇ ਬਦਲ ਟੈਚੀ ਦੇ ਕੇ ਬਦਲੀਆਂ ਕਰਾ ਲਈਆਂ ਪਰ ਪੈਸਾ ਕਿਹਦਾ। ਕਈ ਐਮਐਲਏ ਨੇ ਜਿਹੜੀ ਆਪਣੇ ਕੰਮ ਕਰਾਉਂਦੇ ਸੀ ਉਹ ਇਹਨੂੰ ਕਹਿੰਦੇ ਹੁੰਦੇ ਸੀ ਸਾਡੇ ਕੈਪਟਨ ਸਾਹਿਬ ਤੋਂ ਕੰਮ ਕਰਾ ਦਿਓ ਜੀ ਫਲਾਣਾ। ਚਲੋ ਹੁਣ ਪਤਾ ਨਹੀਂ ਸੱਚਾਈ ਕੀ ਹੈ ਪਰ ਇੱਥੇ ਢੁਕਦਾ ਸੱਚ ਤੇ ਬੋਲੇ ਸ਼ਰਣੀ ਕੋ ਬੋਲੇ ਹਨਾ। ਜੀ 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 ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵੇਰੇ ਕਰਦੇ ਆ ਫਿਰ ਸ਼ੁਰੂ ਇੱਥੋਂ ਹੀ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।